जो बोले सो निरभै जगत गुरु सतगुरु रविदास जी महाराज की जय। सतनाम सुख सागर सुर तर चिता मन काम तेन बस जाके। चार पदार्थ अष्ट दशा सिद्ध नव निध कर तल ताके। हर 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 नाम जपै रसना अबर सब त्याग वचन रचना। नाना ख्यान पुराण वेद विद 34 अखर माही। व्यास विचार कह्यो परमारथ राम नाम सरनाही। सहज सुनाद उपाद रहत फुन वडे पाद लिव लागी। कह रविदास प्रगास हृदय तर जन्म मरण पै पागी। हम सर दीन दयाल न तुम सर अब पतियार का कीजै। बचनी तोर मोर मन मानै जन को पूरन दीजै। हाँ बल बल जौर मैया कारने कारण गवन आबो। बहुत जन्म बिछरे थे मादो ये जन्म तुम्हारे लेखे। कह रविदास आस लग जीवा उच्चर पयो दर्शन देखे। लेखे विच लायो जी ये जन्म तुम्हारे लेखे। 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 जन्म तुम्हारे लेखे ये जन्म तुम्हारे लेखे। ये जन्म तुम्हारे लेखे। जन्म तुम्हारे लेखे। ये जन्म तुम्हारे लेखे। ये जन्म तुम्हारे लेखे। ये जन्म तुम्हारे लेखे। जन्म तुम्हारे लेखे। ਪਹਿਲਾ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ। ਪਹਿਲਾ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ। ਪਹਿਲਾ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ। ਪਹਿਲਾ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ। ਪਹਿਲਾ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ।
ਪਹਿਲਾਂ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ ਪਹਿਲਾਂ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ ਪਹਿਲਾਂ ਕਈਆਂ ਜਨਮਾਂ ਦੇ ਵਿਛੜੇ ਹੁਣ ਨਾ ਵਿਛੋੜੀ ਮਾਲਕਾ ਹੁਣ ਨਾ ਜੀ 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 ਵਿਛੋੜੀ ਮਾਲਕਾ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ ਹੁਣ ਨਾ ਵਿਛੋੜੀ ਮਾਲਕਾ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ ਹੁਣ ਨਾ ਵਿਛੋੜੀ ਮਾਲਕਾ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ ਹੁਣ ਨਾ ਵਿਛੋੜੀ ਮਾਲਕਾ ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ ਹੁਣ ਨਾ ਵਿਛੋੜੀ ਮਾਲਕਾ ਸੋ ਗੁਰੂ ਰੂਪ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਸਰਬੱਤ ਸੰਗਤ ਜੀ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਬੈਠਣ ਦਾ ਮੌਕਾ ਬਖਸ਼ਿਆ ਹੈ। ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਬੈਠਣ ਦਾ ਸੁਭਾਗ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਮਿਲਦਾ ਹੈ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁ ਮਖੀਰਾ। ਸਤਿਗੁਰੂ ਜੀ ਨੇ ਸਾਨੂੰ ਰਲ ਮਿਲ ਕੇ ਬੈਠਣ ਦਾ ਉਪਦੇਸ਼ ਕੀਤਾ ਹੈ। ਸਤਿਗੁਰੂ ਜੀ ਨੇ ਸਮਾਨਤਾ ਸਥਾਪਿਤ ਕਰਨ ਲਈ ਅਨੇਕਾਂ ਉਪਕਾਰ ਕੀਤੇ। ਰਾਜਾ ਕੁੰਭਾ ਤੇ ਰਾਣੀ ਝਾਲੀ ਬਾਈ ਦੇ ਦਰਬਾਰ ਵਿੱਚ ਅਨੇਕਾਂ ਰੂਪ ਧਾਰਨ ਕਰਕੇ ਸੰਗਤ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ। ਸਤਿਗੁਰੂ ਜੀ ਨੇ ਸਭ ਨੂੰ ਪ੍ਰਮਾਤਮਾ ਦਾ ਨਾਮ ਜਪਣ ਦਾ ਸਤ ਉਪਦੇਸ਼ ਦਿੱਤਾ। ਸਤਿਗੁਰੂ ਜੀ ਦੇ ਪਰ ਉਪਕਾਰਾਂ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਇੱਕ ਸਮਰੱਥ ਪੁਰਸ਼ ਹੁੰਦੇ ਹੋਏ ਵੀ ਕਿੰਨੀ ਨਿਮਰਤਾ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਦੇ ਤੇ ਸੰਗਤ ਨੂੰ ਜਪਾਉਂਦੇ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਪ੍ਰਮਾਤਮਾ ਦਾ ਰੂਪ ਹੁੰਦੇ ਹੋਏ ਵੀ ਪ੍ਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰਦੇ ਨੇ। ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, 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 ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਰਾਮ ਗੁਸਈਆ ਜੀ ਕੇ ਜੀਵਨਾ, ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਚਾਹੁਣ ਵਾਲੇ ਮਹਾਂਪੁਰਸ਼ ਸਨ।
ਸਤਿਗੁਰੂ ਜੀ ਦੇ ਹਿਰਦੇ ਵਿੱਚ ਸਾਰਿਆਂ ਲਈ ਪਿਆਰ ਸੀ, ਭਾਵੇਂ ਉਹ ਪੁਰਸ਼ ਕਿਸੇ ਵੀ ਜਾਤ ਦਾ ਕਿਉਂ ਨਾ ਹੋਵੇ। ਉਹ ਸਾਰਿਆਂ ਨੂੰ ਸੱਚੇ ਧਰਮ ਦਾ ਉਪਦੇਸ਼ ਦਿੰਦੇ ਸਨ। ਜੀਭਾਂ ਨੂੰ ਬੁਰਾਈਆਂ ਤੋਂ ਹਟਾ ਕੇ ਸੱਚੇ ਮਾਰਗ ਤੇ ਲਾਉਣਾ ਹੀ ਸਤਿਗੁਰੂ ਰਵਿਦਾਸ ਜੀ ਦਾ ਮਨੋਰਥ ਸੀ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਾਰੇ ਵਰਨਾਂ ਦੇ ਲੋਕ ਉਹਨਾਂ ਦੇ ਪਾਸ ਆਉਣ ਲੱਗੇ। ਰਾਜਾ ਪੀਪਾ ਇੱਕ ਸ਼ਕਤੀਸ਼ਾਲੀ ਰਾਜਾ ਸੀ। ਉਹਦੇ ਮਨ ਵਿੱਚ ਪ੍ਰਮਾਤਮਾ ਦੇ ਪ੍ਰਤੀ ਵਿਰਾਗ ਪੈਦਾ ਹੋ ਗਿਆ। ਰਾਜੇ ਪੀਪੇ ਦਾ ਸੁਭਾਅ ਜਗਿਆਸੂ ਸੀ, ਮਨ ਵਿੱਚ ਬੜੀ ਜਗਿਆਸਾ ਸੀ। ਜਿੱਥੇ ਕਿਤੇ ਪਤਾ ਲੱਗਣਾ ਕਿ ਕੋਈ ਪ੍ਰਮਾਤਮਾ ਦਾ ਪਿਆਰਾ ਬੈਠਾ ਹੈ, ਨਾਮ ਜਪਦਾ, ਉਪਦੇਸ਼ ਦਿੰਦਾ, ਉੱਥੇ ਜਾ ਕੇ ਰਾਜੇ ਪੀਪੇ ਨੇ ਦਰਸ਼ਨ ਕਰਨੇ। ਰਾਜੇ ਪੀਪੇ ਨੇ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬੜੀ ਮਹਿਮਾ ਸੁਣੀ ਸੀ। ਮਨ ਵਿੱਚ ਤਾਂਘ ਬੜੀ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦੀ, ਪਰ ਮਨ ਵਿੱਚ ਜਾਤ ਦਾ ਅਭਿਮਾਨ ਵੀ ਸੀ ਕਿ ਮੈਂ ਇੱਕ ਛੋਟੀ ਜਾਤੀ ਦੇ ਸੰਤ ਕੋਲ ਕਿਵੇਂ ਜਾਵਾਂ। ਪਰ ਮਨ ਦੇ ਵਿੱਚ ਵਿਰਾਗ ਵੀ ਹੈ ਕਿ ਮਨਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੀਦੇ ਨੇ। ਮਨ ਨੂੰ ਚੈਨ ਨਹੀਂ ਸੀ ਆ ਰਿਹਾ ਸਤਿਗੁਰੂ ਜੀ ਦੇ ਦਰਸ਼ਨਾਂ ਬਗੈਰ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਪਿਆਰੇ ਜੀ ਵੇਖੇ ਬਿਨਾ ਚੈਨ ਆਵੇ ਨਾ। ਮੇਰੇ ਪਿਆਰੇ ਵੇਖੇ ਬਿਨਾ ਚੈਨ ਆਵੇ ਨਾ। ਮੇਰੇ ਪਿਆਰੇ ਵੇਖੇ ਬਿਨਾ ਚੈਨ ਆਵੇ ਨਾ। ਮੇਰੇ ਪਿਆਰੇ ਵੇਖੇ ਬਿਨਾ ਚੈਨ ਆਵੇ ਨਾ। ਵੇਖੇ ਬਿਨਾ ਜੀ 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 ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਹੁਣ ਤਾਂ ਹੋ ਗਿਆ ਬੈਰਾਗੀ ਮਨ ਮੇਰਾ, ਵੇਖੇ ਬਿਨਾ ਚੈਨ ਆਵੇ ਨਾ। ਸਤਿਗੁਰੂ ਜੀ ਦੇ ਦਰਸ਼ਨਾਂ ਦੀ ਬੜੀ ਲਾਲਸਾ ਰਾਜੇ ਪੀਪੇ ਦੇ ਮਨ ਵਿੱਚ। ਇੱਕ ਦਿਨ ਮੌਕਾ ਵੇਖਿਆ ਤੇ ਅੰਮ੍ਰਿਤ ਵੇਲੇ ਰਾਜਾ ਪੀਪਾ ਸਤਿਗੁਰੂ ਰਵਿਦਾਸ ਜੀ ਦੇ ਪਾਸ ਪਹੁੰਚ ਗਿਆ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸੀਸ ਨਵਾਇਆ ਤੇ ਸਤਿਗੁਰੂ ਜੀ ਪਾਸੋਂ ਨਾਮਦਾਨ ਲਈ ਬੇਨਤੀ ਕੀਤੀ। ਉਸ ਸਮੇਂ ਸਤਿਗੁਰੂ ਜੀ ਚਮੜਾ ਭਿਉਣ ਵਾਲੀ ਦੌਰੀ ਵਿੱਚੋਂ ਪਾਣੀ ਬਾਹਰ ਕੱਢ ਰਹੇ ਸਨ। ਬਰਤਨ ਹੱਥ ਵਿੱਚ ਹੈ। ਸਤਿਗੁਰੂ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਇੱਕ ਰਾਜਾ ਉਹਨਾਂ ਦੇ ਦਰਬਾਰ ਵਿੱਚ ਆਇਆ ਹੈ ਅਤੇ ਉਹਨੂੰ ਕੋਈ ਅਜਿਹੀ ਵਸਤੂ ਦਿੱਤੀ ਜਾਵੇ ਜਿਹਨੂੰ ਉਹ ਹਮੇਸ਼ਾ ਯਾਦ ਰੱਖੇ। ਪਾਣੀ ਵਾਲੇ ਬਰਤਨ ਨੂੰ ਰਾਜੇ ਵੱਲ ਵਧਾਉਂਦੇ ਹੋਏ ਸਤਿਗੁਰੂ ਜੀ ਨੇ ਕਿਹਾ,
ਰਾਜਨ ਲਓ ਇਹ ਚਰਨਾਮ੍ਰਿਤ ਪੀ ਲਓ। ਰਾਜੇ ਦੇ ਮਨ ਵਿੱਚ ਉਸ ਜਲ ਪ੍ਰਤੀ ਘਿਰਣਾ ਪੈਦਾ ਹੋਈ ਕਿ ਮੈਂ ਇੱਕ ਉੱਚੀ ਜਾਤੀ ਦਾ ਰਾਜਾ ਹੋ ਕੇ ਇੱਕ ਸ਼ੂਦਰ ਦੇ ਕੁੰਭ ਦਾ ਪਾਣੀ ਕਿਵੇਂ ਪੀਵਾਂ। ਪਰ ਸਤਿਗੁਰੂ ਜੀ ਸਾਹਮਣੇ ਪ੍ਰਤੱਖ ਰੂਪ ਵਿੱਚ ਇਨਕਾਰ ਕਰਨਾ ਰਾਜੇ ਪੀਪੇ ਲਈ ਬੜਾ ਕਠਿਨ ਸੀ। ਉਹਨੇ ਹੱਥ ਅੱਗੇ ਕਰਕੇ ਹਥੇਲੀ ਵਿੱਚ ਉਹ ਜਲ ਤਾਂ ਲੈ ਲਿਆ, ਪਰ ਸਤਿਗੁਰੂ ਜੀ ਤੋਂ ਨਜ਼ਰਾਂ ਬਚਾ ਕੇ ਰਾਜੇ ਪੀਪੇ ਨੇ ਜਲ ਆਪਣੇ ਕੁੜਤੇ ਦੀ ਖੁੱਲੀ ਬਾਹ ਵਿੱਚ ਪਾ ਕੇ ਹੇਠਾਂ ਸੁੱਟ ਦਿੱਤਾ। ਸਤਿਗੁਰੂ ਜੀ ਇਸ ਗੱਲ ਨੂੰ ਸਮਝ ਗਏ, ਪਰ ਉਹਨਾਂ ਨੇ ਬੋਲ ਕੇ ਕੁਝ ਨਾ ਕਿਹਾ। ਰਾਜੇ ਪੀਪੇ ਨੇ ਮਹਿਲਾਂ ਵਿੱਚ ਆ ਕੇ ਧੋਬੀ ਨੂੰ ਹੁਕਮ ਕੀਤਾ ਕਿ ਕੁੜਤੇ ਦੀ ਬਾਹ ਤੇ ਲੱਗੇ ਹੋਏ ਦਾਗ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਿਆ। ਧੋਬੀ ਨੇ ਘਰ ਆ ਕੇ ਆਪਣੀ ਲੜਕੀ ਨੂੰ ਕਿਹਾ ਕਿ ਬੇਟੀ ਮੈਂ ਚੂਨੇ ਦਾ ਪਾਣੀ ਤਿਆਰ ਕਰਦਾ ਹਾਂ, ਤੂੰ ਇਸ ਦਾਗ ਨੂੰ ਚੂਸ ਕੇ ਸਾਫ਼ ਕਰ ਦੇ। ਜਿਵੇਂ ਹੀ ਉਹ ਲੜਕੀ ਨੇ ਉਸ ਦਾਗ ਨੂੰ ਉਤਾਰਨ ਲਈ ਕੱਪੜਾ ਮੂੰਹ ਵਿੱਚ ਪਾਇਆ ਤਾਂ ਉਹ ਦਾਗ ਚੂਸ ਕੇ ਅੰਦਰ ਲਗਾਉਣ ਲੱਗ ਪਈ। ਦਾਗ ਨੂੰ ਚੂਸਣ ਦੇ ਨਾਲ ਉਹਦੇ ਕਪਾਟ ਖੁੱਲ ਗਏ, ਗਿਆਨ ਦਾ ਪਰਦਾ ਖੁੱਲ ਗਿਆ। ਉਹ ਅਧਿਆਤਮਿਕ ਗਿਆਨ ਦੀਆਂ ਗੱਲਾਂ ਕਰਨ ਲੱਗੀ। ਰਾਜੇ ਪੀਪੇ ਨੂੰ ਜਦੋਂ ਪਤਾ ਲੱਗਿਆ ਕਿ ਧੋਬੀ ਦੀ ਬੇਟੀ ਪਰਮਾਤਮਾ ਦੇ ਨਾਮ ਦੀਆਂ ਗੱਲਾਂ ਕਰਦੀ ਹੈ, ਪਰਮਾਤਮਾ ਦੀ ਬਹੁਤ ਵੱਡੀ ਭਗਤਣੀ ਹੈ, ਮਨ ਵਿੱਚ ਇੱਛਾ ਪੈਦਾ ਹੋਈ ਦਰਸ਼ਨਾਂ ਦੀ। ਇੱਕ ਰਾਤ ਧੋਬੀ ਦੇ ਘਰ ਪਹੁੰਚ ਗਿਆ। ਰਾਜੇ ਪੀਪੇ ਨੂੰ ਆਉਂਦਿਆਂ ਦੇਖ ਧੋਬੀ ਦੀ ਬੇਟੀ ਕਰਮਾ ਬਾਈ ਖੜੀ ਹੋ ਗਈ ਤਾਂ ਰਾਜੇ ਪੀਪੇ ਨੇ ਕਿਹਾ ਕਿ ਮੈਂ ਤੁਹਾਡੇ ਕੋਲ ਇੱਕ ਰਾਜਾ ਬਣ ਕੇ ਨਹੀਂ, ਭਿਖਾਰੀ ਬਣ ਕੇ ਆਇਆ ਹਾਂ। ਧੋਬੀ ਦੀ ਲੜਕੀ ਨੇ ਕਿਹਾ ਕਿ ਮੈਂ ਤੁਹਾਡੇ ਰਾਜਾ ਹੋਣ ਕਰਕੇ ਸਤਿਕਾਰ ਵਜੋਂ ਖੜੀ ਹੋਈ ਆ। ਦੱਸਿਆ ਧੋਬੀ ਦੀ ਲੜਕੀ ਨੇ, ਮੈਨੂੰ ਜੋ ਕੁਝ ਵੀ ਗਿਆਨ ਪ੍ਰਾਪਤ ਹੋਇਆ ਤੁਹਾਡੀ ਕਿਰਪਾ ਨਾਲ ਹੀ ਪ੍ਰਾਪਤ ਹੋਇਆ। ਤੁਹਾਡੇ ਕੁੜਤੇ ਵਿੱਚ ਲੱਗੇ ਦਾਗ ਨੂੰ ਚੂਸਣ ਕਰਕੇ ਹੀ ਮੈਨੂੰ ਇਸ ਆਂਤਰਿਕ ਗਿਆਨ ਦੀ ਪ੍ਰਾਪਤੀ ਹੋਈ ਹੈ। ਜਦੋਂ ਇਹ ਗੱਲ ਰਾਜੇ ਪੀਪੇ ਨੇ ਸੁਣੀ ਤੇ ਆਪਣੇ ਆਪ ਨੂੰ ਕੋਸਣ ਲੱਗ ਪਿਆ। ਕਹਿੰਦਾ ਮਨਾ ਕਿੱਡੀ ਵੱਡੀ ਗਲਤੀ ਹੋ ਗਈ, ਲਾਹਨਤ ਹੈ ਇਸ ਜਾਤ ਪਾਤ ਦੇ ਭੇਦ ਭਾਵ ਤੇ। ਕਹਿੰਦਾ ਜਿਹਦੇ ਕਾਰਨ ਮੈਂ ਪਰਮਾਰਥ ਦੇ ਗਿਆਨ ਤੋਂ ਵਾਂਝਾ ਰਹਿ ਗਿਆ। ਪੁੱਛਿਆ ਰਾਜੇ ਪੀਪੇ ਨੇ ਕਰਮਾ ਬਾਈ ਤੋਂ ਕਿ ਹੁਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਮੈਂ ਆਪਣੀ ਭੁੱਲ ਕਿਵੇਂ ਬਖਸ਼ਾਵਾਂ। ਸਤਿਗੁਰੂ ਮਿਹਰ ਕਰਕੇ ਬਖਸ਼ ਲੈਣ। ਮੈਂ ਵਾਰੇ ਵਾਰੇ ਜਾਵਾਂ, ਮੈਂ ਵਾਰੇ ਵਾਰੇ ਜਾਵਾਂ ਕੰਚੀ ਵਾਲੇ ਤੋਂ, ਹੁਣ ਕਿੱਦਾਂ ਭੁੱਲ ਬਖਸ਼ਾਵਾਂ ਕੰਚੀ ਵਾਲੇ ਤੋਂ। ਮੈਂ ਵਾਰੇ ਵਾਰੇ ਜਾਵਾਂ, ਮੈਂ ਵਾਰੇ ਵਾਰੇ ਜਾਵਾਂ ਕੰਚੀ ਵਾਲੇ ਤੋਂ, ਹੁਣ ਕਿੱਦਾਂ ਭੁੱਲ ਬਖਸ਼ਾਵਾਂ ਕੰਚੀ ਵਾਲੇ ਤੋਂ। ਮੈਂ ਵਾਰੇ ਵਾਰੇ ਜਾਵਾਂ, ਮੈਂ ਵਾਰੇ ਵਾਰੇ ਜਾਵਾਂ, ਮੈਂ ਵਾਰੇ ਵਾਰੇ ਜਾਵਾਂ ਕੰਚੀ ਵਾਲੇ ਤੋਂ, ਹੁਣ ਕਿੱਦਾਂ ਭੁੱਲ ਬਖਸ਼ਾਵਾਂ ਕੰਚੀ ਵਾਲੇ ਤੋਂ। ਮੈਂ ਵਾਰੇ ਵਾਰੇ ਜਾਵਾਂ, ਮੈਂ ਵਾਰੇ ਵਾਰੇ ਜਾਵਾਂ ਕੰਚੀ ਵਾਲੇ ਤੋਂ, ਹੁਣ ਕਿੱਦਾਂ ਭੁੱਲ ਬਖਸ਼ਾਵਾਂ ਕੰਚੀ ਵਾਲੇ ਤੋਂ। ਮੈਂ ਵਾਰੇ ਵਾਰੇ ਜਾਵਾਂ। ਦੁਨੀਆ ਦੇ ਵਿੱਚ ਚਾਰੇ ਪਾਸੇ ਸੁਣ ਕੇ ਸੋਭਾ ਮਾਰੀ, ਦੁਨੀਆ ਦੇ ਵਿੱਚ ਚਾਰੇ ਪਾਸੇ ਸੁਣ ਕੇ ਸੋਭਾ ਮਾਰੀ। ਮੈਂ ਵੀ ਜਾ ਕੇ ਗੁਰੂ ਬਣਾਵਾਂ ਇਹੋ ਮਨ ਵਿੱਚ ਤਾਰੀ, ਮੈਂ ਵੀ ਜਾ ਕੇ ਗੁਰੂ ਬਣਾਵਾਂ ਇਹੋ ਮਨ ਵਿੱਚ ਤਾਰੀ। ਜਾਂ ਨਾਮ ਸ਼ਬਦ ਲੈ ਆਵਾਂ ਕੰਚੀ ਵਾਲੇ ਤੋਂ, ਹੁਣ ਕਿੱਦਾਂ ਭੁੱਲ ਬਖਸ਼ਾਵਾਂ ਕੰਚੀ ਵਾਲੇ ਤੋਂ। ਮੈਂ ਵਾਰੇ ਵਾਰੇ ਜਾਵਾਂ, ਮੈਂ ਵਾਰੇ ਵਾਰੇ ਜਾਵਾਂ ਕੰਚੀ ਵਾਲੇ ਤੋਂ, ਹੁਣ ਕਿੱਦਾਂ ਭੁੱਲ ਬਖਸ਼ਾਵਾਂ ਕੰਚੀ ਵਾਲੇ ਤੋਂ। ਮੈਂ ਵਾਰੇ ਵਾਰੇ ਜਾਵਾਂ। ਦੱਸੋ ਕਿਵੇਂ ਮੈਂ ਮੋੜ ਲਿਆਵਾਂ ਉਹ ਸਮਾਂ ਜੋ ਬੀਤਾ, ਦੱਸੋ ਕਿਵੇਂ ਮੈਂ ਮੋੜ ਲਿਆਵਾਂ ਉਹ ਸਮਾਂ ਜੋ ਬੀਤਾ। ਸਤਿਗੁਰ ਨੇ ਮੈਨੂੰ ਅੰਮ੍ਰਿਤ ਦਿੱਤਾ ਜਾਣ ਬੁੱਝ ਨਾ ਪੀਤਾ,
ਕਿੱਦਾਂ ਫੁੱਲ ਬਖਸ਼ਾਵਾਂ ਕੰਛੀ ਵਾਲੇ ਤੋਂ ਮੈਂ ਵਾਰੇ ਵਾਰੇ ਜਾਵਾਂ। ਕੰਛੀ ਦੇ ਵਿੱਚ ਸਤਿਗੁਰ ਆਏ ਜਗ ਨੂੰ ਤਾਰਨ ਵਾਲੇ, ਕੰਛੀ ਦੇ ਵਿੱਚ ਸਤਿਗੁਰ ਆਏ ਜਗ ਨੂੰ ਤਾਰਨ ਵਾਲੇ। ਅਜੇ ਵੀਰ ਵੀ ਚੱਲਿਆ ਪੱਟੀ ਤੂਰੇ ਨਾ ਗਈ ਬਡਾਲੇ, ਅਜੇ ਵੀਰ ਵੀ ਚੱਲਿਆ ਪੱਟੀ ਤੂਰੇ ਨਾ ਗਈ ਬਡਾਲੇ। ਭਲਾ ਦੱਸੋ ਕਿਉਂ ਸ਼ਰਮਾਵਾਂ ਕੰਛੀ ਵਾਲੇ ਤੋਂ, ਹੁਣ ਕਿੱਦਾਂ ਫੁੱਲ ਬਖਸ਼ਾਵਾਂ ਕੰਛੀ ਵਾਲੇ ਤੋਂ ਮੈਂ ਵਾਰੇ ਵਾਰੇ ਜਾਵਾਂ, ਮੈਂ ਵਾਰੇ ਵਾਰੇ ਜਾਵਾਂ ਕੰਛੀ ਵਾਲੇ ਤੋਂ। ਹੁਣ ਕਿੱਦਾਂ ਫੁੱਲ ਬਖਸ਼ਾਵਾਂ ਕੰਛੀ ਵਾਲੇ ਤੋਂ ਮੈਂ ਵਾਰੇ ਵਾਰੇ ਜਾਵਾਂ। ਰਾਜਾ ਪੀਪਾ ਕਿਸੇ ਦੀ ਪਰਵਾਹ ਕੀਤੇ ਬਿਨਾ ਸਿੱਧਾ ਹੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ। ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰੀ ਭੁੱਲ ਨੂੰ ਬਖਸ਼ ਲਓ, ਮੈਨੂੰ ਅੰਮ੍ਰਿਤ ਪਿਲਾ ਦਿਓ। ਰਾਜੇ ਪੀਪੇ ਦੀ ਬੇਨਤੀ ਸੁਣ ਕੇ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਫਰਮਾਇਆ, ਕਹਿੰਦੇ ਉਹ ਅੰਮ੍ਰਿਤਾ ਧੋਬੀ ਦੀ ਲੜਕੀ ਕੋਲ ਪਹੁੰਚ ਗਿਆ। ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਮੈਂ ਉਹ ਅੰਮ੍ਰਿਤ ਤੈਨੂੰ ਇਹ ਸੋਚ ਕੇ ਦਿੱਤਾ ਸੀ ਕਿ ਮੈਂ ਉਸ ਅੰਮ੍ਰਿਤ ਨੂੰ ਰੋਜ਼ ਪੀਂਦਾ ਸੀ। ਮੈਂ ਸੋਚਿਆ ਅੱਜ ਰਾਜਾ ਆਇਆ ਹੈ, ਅੰਮ੍ਰਿਤ ਇਸ ਨੂੰ ਦਿੱਤਾ ਜਾਵੇ, ਪਰ ਤੂੰ ਜਾਤ ਪਾਤ ਦੇ ਭੇਦ ਕਾਰਨ ਉਹ ਅੰਮ੍ਰਿਤ ਨੂੰ ਥੱਲੇ ਸੁੱਟ ਦਿੱਤਾ। ਉਸੇ ਜਲ ਦੇ ਦਾਗ ਨੂੰ ਚੂਸ ਕੇ ਧੋਬੀ ਦੀ ਲੜਕੀ ਕਰਮਾ ਬਾਈ ਮਹਾਤਮਾ ਬਣ ਗਈ। ਸਤਿਗੁਰੂ ਜੀ ਦਾ ਵਚਨ ਸੁਣ ਕੇ ਰਾਜੇ ਪੀਪੇ ਨੇ ਬੇਨਤੀ ਕੀਤੀ ਕਿ ਮੈਨੂੰ ਆਪਣੇ ਚਰਨਾਂ ਨਾਲ ਲਾ ਲਿਓ, ਮੇਰੀ ਭੁੱਲ ਨੂੰ ਬਖਸ਼ ਲਓ। ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ। ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ। ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ। ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ। ਆਖਦਾਰ ਜੋ ਵੀ ਜਗ ਆਖਦਾ ਮੈਨੂੰ ਪਰਵਾਨਾ ਇਸ ਜਗ ਦੀ, ਆਖਦਾਰ ਜੋ ਵੀ ਜਗ ਆਖਦਾ ਮੈਨੂੰ ਪਰਵਾਨਾ ਇਸ ਜਗ ਦੀ। ਮੈਨੂੰ ਰੱਬ ਕੰਛੀ ਵਿੱਚੋਂ ਮਿਲਿਆ ਦੁਨੀਆ ਫਿਰੇ ਜਿਹਨੂੰ ਲੱਭਦੀ, ਮੈਨੂੰ ਰੱਬ ਕੰਛੀ ਵਿੱਚੋਂ ਮਿਲਿਆ ਦੁਨੀਆ ਫਿਰੇ ਜਿਹਨੂੰ ਲੱਭਦੀ। ਕਰ ਦਿਓ ਨਾ ਮਾਣਿਆ ਤੇ ਕਿਰਪਾ ਚਾਹੇ ਇੱਕ ਬੂੰਦ ਦੋਰੀ ਤੋਂ ਪਿਆ ਦਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ। ਸੱਚ ਦੀ ਪਛਾਣ ਮੈਥੋਂ ਹੋਈ ਨਾ ਐਵੇਂ ਸਾਰਾ ਵਕਤ ਗਵਾ ਲਿਆ, ਸੱਚ ਦੀ ਪਛਾਣ ਮੈਥੋਂ ਹੋਈ ਨਾ ਐਵੇਂ ਸਾਰਾ ਵਕਤ ਗਵਾ ਲਿਆ। ਲੱਗ ਜਾ ਗੁਰਾਂ ਦੇ ਤੂੰ ਵੀ ਚਰਨੀ ਪੱਟੀਓ ਬਡਾਲੇ ਪਿੰਡ ਵਾਲਿਆ, ਲੱਗ ਜਾ ਗੁਰਾਂ ਦੇ ਤੂੰ ਵੀ ਚਰਨੀ ਪੱਟੀਓ ਬਡਾਲੇ ਪਿੰਡ ਵਾਲਿਆ। ਮਾੜਾ ਮੋਟਾ ਜੋ ਵੀ ਇਹ ਲਿਖਿਆ ਅਜੇ ਵੀਰ ਜੀ ਦੇ ਮੁਖ ਤੋਂ ਗਵਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ, ਕਰਕੇ ਮਿਹਰ ਕੰਛੀ ਵਾੜਿਆ ਮੈਨੂੰ ਚਰਨਾਂ ਨਾ ਆਪਣੇ ਲਗਾ ਲਿਓ,
ਧਾਰ ਕੇ ਮਹਿਰ ਕਾਂਚੀ ਵਾਰਿਆ ਮੈਨੂੰ ਚੜਨਾ ਨਾ ਆਪਣੇ ਲਗਾ ਲਿਓ। ਸਤਿਗੁਰੂ ਜੀ ਨੇ ਕਿਹਾ, ਹੇ ਰਾਜਨ, ਜਦ ਤੱਕ ਤੇਰੇ ਮਨ ਵਿੱਚੋਂ ਜਾਤ ਪਾਤ ਤੇ ਊਚ ਨੀਚ ਦਾ ਭੇਦ ਭਾਵ ਨਹੀਂ ਜਾਂਦਾ, ਤੇਰਾ ਕਲਿਆਣ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਦੇ ਪਿਆਰੇ ਭਗਤ ਦੀ ਕੋਈ ਜਾਤ ਨਹੀਂ ਹੁੰਦੀ। ਨੀਵੀਂ ਤੋਂ ਨੀਵੀਂ ਜਾਤੀ ਵਿੱਚ ਵੀ ਜੇਕਰ ਕੋਈ ਪਰਮਾਤਮਾ ਦਾ ਭਗਤ ਪੈਦਾ ਹੋ ਜਾਵੇ ਤਾਂ ਉਹ ਜਾਤ ਹੀ ਨਹੀਂ, ਉਹ ਪਰਿਵਾਰ, ਉਹ ਪਿੰਡ, ਉਹ ਰਾਜ ਸਭ ਕੁਝ ਪਵਿੱਤਰ ਹੋ ਜਾਂਦਾ, ਕਿਉਂਕਿ ਪਰਮਾਤਮਾ ਦੇ ਭਗਤਾਂ ਦਾ ਜਸ ਸਾਰੇ ਸੰਸਾਰ ਵਿੱਚ ਫੈਲ ਜਾਂਦਾ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਨੇ ਰਾਜੇ ਪੀਪੇ ਨੂੰ ਉਪਦੇਸ਼ ਕੀਤਾ, ਜੈ ਕੁਲ ਸਾਧ ਬੈਸਨੋ ਹੋਏ, ਵਰਨ ਅਵਰਨ ਰੰਕ ਨਹੀਂ ਈਸਰ, ਬਿਮਲ ਵਾਸ ਜਾਣੀਐ ਜਗ ਸੋਏ। ਸਤਿਗੁਰੂ ਰਵਿਦਾਸ ਜੀ ਨੇ ਰਾਜੇ ਪੀਪੇ ਨੂੰ ਕਿਹਾ ਕਿ ਜਿਸ ਅੰਮ੍ਰਿਤ ਦੀ ਉਮੀਦ ਲੈ ਕੇ ਤੁਸੀਂ ਆਏ ਹੋ ਉਹ ਤੁਹਾਨੂੰ ਦੁਬਾਰਾ ਨਹੀਂ ਮਿਲੇਗਾ। ਚੰਗੇ ਮੌਕੇ ਨੂੰ ਤੁਸੀਂ ਆਪਣੀ ਉੱਚੀ ਜਾਤ ਦੇ ਹੰਕਾਰ ਕਰਕੇ ਗਵਾ ਦਿੱਤਾ ਹੈ। ਜਾਤ ਪਾਤ ਦਾ ਭੇਦ ਭਾਵ ਅਤੇ ਊਚ ਨੀਚ ਦੀ ਭਾਵਨਾ ਨੂੰ ਤਿਆਗ ਕੇ ਹੁਣ ਸੰਗਤ ਦੀ ਸੇਵਾ ਕਰਕੇ, ਪ੍ਰਮਾਤਮਾ ਦਾ ਸਿਮਰਨ ਕਰਕੇ, ਭਗਤੀ ਕਰਕੇ ਪਰਮ ਗਤੀ ਨੂੰ ਪ੍ਰਾਪਤ ਕਰੋ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਮੇਰੇ ਪਿਆਰੇ 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 ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ, ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ।